टाइम ਸੀ ਐਕਚੁਅਲੀ ਮੈਂ ਸਪੋਰਟਸ ਚੂਜ਼ ਹੀ ਕਰਨਾ ਮੇਰੇ ਲਈ ਬਹੁਤ ਮੁਸ਼ਕਿਲ ਟਾਈਮ ਸੀ। ਜਦੋਂ ਸਰ ਮੈਂ ਸਪੋਰਟਸ ਸਟਾਰਟ ਕੀਤੀ ਤੇ ਪੇਰੈਂਟਸ ਨੂੰ ਫਸਟ ਟਾਈਮ ਮੈਂ ਕਿਹਾ ਕਿ ਮੈਂ ਸਪੋਰਟਸ ਕਰਨੀ ਤੇ ਉਹਨਾਂ ਨੇ ਥੋੜਾ ਪਾਪਾ ਨੇ ਸਾਥ ਦਿੱਤਾ। ਇੱਕ ਤਾਂ ਬਹੁਤ ਜ਼ਿਆਦਾ ਉੱਥੇ ਮਤਲਬ ਪਲੇਅਰਸ ਦੇਖੇ, ਲੋਕ ਦੇਖੇ ਤੇ ਨਰਵਸ ਹੋਈ ਤੇ ਲੇਕਿਨ ਹੌਲੀ ਹੌਲੀ ਕਰਕੇ ਨਰਵਸ ਦੂਰ ਹੋਈ ਸਰ, ਕਿਉਂਕਿ ਮੈਨੂੰ ਬਚਪਨ ਤੋਂ ਅਗਰ ਐਵੇਂ ਦਾ ਮਾਹੌਲ ਮਿਲਦਾ ਤੇ ਵਧੀਆ ਰਹਿੰਦੀ। ਲੇਕਿਨ ਕੁਛ ਸਪੋਰਟਸ ਸਟਾਰਟ ਕੀਤੀ, ਕੁਛ ਮਾਹੌਲ ਕੁਛ ਕੁ ਲੋਕਾਂ ਦੇ ਵਿੱਚ ਹੀ ਰਹਿਣਾ ਤੇ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਵਿੱਚ ਜਾਣਾ ਤੇ ਨਰਵਸ ਰਹੀ, ਲੇਕਿਨ ਹੌਲੀ ਹੌਲੀ ਕਰਕੇ ਸਰ ਇਹ ਸਾਰਾ ਮਤਲਬ ਦੂਰ ਹੋ ਗਿਆ। ਟਾਰਗੇਟ ਸੈੱਟ ਕਰਨ, ਕਿਉਂਕਿ ਬਿਨਾਂ ਟਾਰਗੇਟ ਤੋਂ ਕੋਈ ਲਾਈਫ ਨਹੀਂ ਹੈ। ਆਪਣਾ ਟਾਰਗੇਟ ਹੋਏਗਾ ਤਾਂ ਆਪਾਂ ਨੂੰ ਅਚੀਵ ਕਰਨ ਵਾਸਤੇ ਹਰ ਸੰਭਵ ਕੋਸ਼ਿਸ਼ ਕਰਾਂਗੇ। ਪਿੰਡ ਦੇ ਨਹੀਂ ਸਰ, ਮੈਨੂੰ ਮੇਰੇ ਡਿਸਟ੍ਰਿਕਟ ਦੇ ਵੀ, ਪੰਜਾਬ ਦੇ ਵੀ ਬਹੁਤ ਬੱਚੇ ਜਿਨ੍ਹਾਂ ਦੀ ਕੋਚ ਮੈਸੇਜ ਆਉਂਦੇ ਆ ਕਿ ਦੀਦੀ ਅਸੀਂ ਸਪੋਰਟਸ ਕਰਨਾ ਚਾਹੁੰਦੇ ਆ, ਸਾਨੂੰ ਕੋਈ ਬੈਸਟ ਅਕੈਡਮੀ ਦੱਸੋ, ਕੋਚਿਸ ਦੱਸੋ। ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਫਿਊਚਰਸ ਦੇ ਵਿੱਚ ਬਹੁਤ ਬੱਚੇ ਆਪਣੇ ਸਪੋਰਟਸ ਨੂੰ ਜਿਵੇਂ ਜਿਵੇਂ ਦੇਖ ਰਹੇ ਆ ਤੇ ਅੱਗੇ ਹੋਣਗੇ। ग्रोथ नहीं हो सकेगी। बच्चा डिप्रेशन च रोज ਉਹਨੂੰ ਕਹੀ ਜਾਵਾਂਗੇ ਕਿ ਤੂੰ ਆ ਕਿਉਂ ਨਹੀਂ ਕਰ ਰਿਹਾ, ਆ ਕਿਉਂ ਨਹੀਂ ਕਰ, ਪੜ੍ਹਦਾ ਕਿਉਂ ਨਹੀਂ ਕਰਦਾ, ਤੇ ਉਹ ਇੱਕ ਡਿਪਰੈਸ਼ਨ ਦੀ ਨਿਸ਼ਾਨੀ ਹੁੰਦੀ ਕਿ ਬੱਚਾ ਸੋਚਣ ਲੱਗ ਪੈਂਦਾ ਕਿ ਇਹਦੀ ਛੋਟੀ ਏਜ 'ਚ ਮੈਨੂੰ ਲੱਗਦਾ ਕਿ ਉਹਦੇ ਤੇ ਬੋਝ ਪਾਉਣਾ ਚਾਹੀਦਾ ਹੈ। इतनी कम एज में और इतने बड़े कंपटीशन में जाना, परफॉर्म करना, फाइनल में आना, वो भी जस्ट 24-25 एज में जो इंडिया में अभी तक नहीं हुआ, तो अभी जस्ट बिगनिंग है। आपको क्या लगता है सबसे ज्यादा चीज आपने क्या सिखाई इनको एज अ कोच? क्या आपने इनको खेल सिखाया कि मेंटली स्ट्रांग? एक खिलाड़ी के अंदर होना बहुत जरूरी है, चाहे वो वर्क के लिए हो, सोने के लिए हो और खाने के लिए हो। और ये हमारे लिए ऐतिहासिक पल है। हमारे लिए मैंने बताया ना आपको कि शी इज वन ऑफ द वेरी फ्यू एथलीट्स हु हैव मेड इट टू फाइनल, एंड आई मीन शी हैज रीच्ड टुडे द कैलिबर ऑफ whether they take time। इसीलिए मैंने जैसे कहा, you get 10 गोल्ड मेडल, you'll be in the top 10 स्पोर्टिंग नेशन, है कि नहीं? 10 गोल्ड मेडल अब ये कह दें, सरकार अनाउंस कर देगी हम 2024 में ले जाएंगे, गलत है। ये टाइम लगता है इन चीज़ों। शी इज गोइंग टू टेक टाइम। ऐसे कुछ नहीं होने वाला ओवरनाइट। सी हमारे गुड विशेस तो अलग चीज़ है, लेकिन साइंटिफिक प्लानिंग एवरीथिंग, यू नो, शी नोज, राखी नोज हाउ डिफिकल्ट इट इज। ਓਲੰਪੀਅਨ ਕਮਲਪ੍ਰੀਤ ਕੌਰ ਹਾਰਵੈਸਟ ਇੰਟਰਨੈਸ਼ਨਲ ਸਕੂਲ ਦੇ ਵਿੱਚ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਇਸ ਮੌਕੇ ਪ੍ਰੈਸ ਕਾਨਫਰੰਸ ਵੀ ਕੀਤੀ ਗਈ। ਦੱਸ ਦਈਏ ਕਿ ਕਮਲਪ੍ਰੀਤ ਨੇ ਓਲੰਪਿਕ 2021 ਦੇ ਵਿੱਚ ਡਿਸਕਸ ਥਰੂ ਇਵੈਂਟ ਦੇ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਅਤੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਇਸ ਮੌਕੇ ਕਮਲਪ੍ਰੀਤ ਦੀ ਤਰ੍ਹਾਂ ਹੀ ਬਾਕੀ ਕੁੜੀਆਂ ਨੂੰ ਵੀ ਅੱਗੇ ਵਧਣ ਲਈ ਪ੍ਰੇਰਿਆ ਗਿਆ ਤਾਂ ਜੋ ਉਹ ਵੀ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰੇ। ਕੁੜੀਆਂ ਨੂੰ ਐਨਕਰੇਜ ਨਹੀਂ ਕੀਤਾ ਜਾਂਦਾ, ਖਾਸ ਕਰਕੇ ਤੁਸੀਂ ਕਮਲੋਰ ਦੇ ਪਿੰਡ ਤੋਂ ਆਏ ਹੋ, ਮੈਂ ਦੇਖ ਰਿਹਾ ਸੀ ਤੇ ਉੱਥੋਂ ਦੀ ਇੱਕ ਜਗ੍ਹਾ ਤੇ ਤੁਸੀਂ ਜਦੋਂ ਖੇਡਾਂ ਖੇਡਦੇ ਹੋ, ਤੁਸੀਂ ਪਿੰਡ 'ਚ ਰਹਿੰਦੇ ਹੋ ਨਾ, ਫਿਰ ਕਈ ਵਾਰੀ ਸ਼ਹਿਰ 'ਚ ਗਏ ਤਾਂ ਲੋਕੀ ਤੁਹਾਨੂੰ ਡਿਸਕਰੇਜ ਜ਼ਰੂਰ ਕਰਦੇ ਹੋਣਗੇ ਕਿ ਵੀ ਆ ਇਹ ਕਿਹੜੇ ਕੰਮ 'ਚ ਪੈ ਗਏ। ਉਸ ਚੀਜ਼ ਨੂੰ ਤੁਸੀਂ ਕਿੱਦਾਂ ਓਵਰਕਮ ਕੀਤਾ ਤੇ ਉਸ ਤੋਂ ਬਾਅਦ ਵੀ ਹਾਲਾਂਕਿ ਤੁਸੀਂ ਮੈਡਲ ਨਹੀਂ ਲੈ ਕੇ ਆਏ, ਲੇਕਿਨ ਹਾਰ ਕੇ ਵੀ ਤੁਸੀਂ ਜਿੱਤੇ ਹੋ, ਇੰਨੀ ਵੱਡੀ ਤੁਹਾਡੀ ਜਿੱਤ ਹੋਈ ਹੈ ਤੇ ਅੱਜ ਦਾ ਸਾਰਿਆਂ ਨੂੰ ਜਵਾਬ ਮਿਲ ਗਿਆ। ਲੇਕਿਨ ਉਹ ਜਿਹੜਾ 10-15 ਸਾਲ ਦਾ ਜਿਹੜਾ ਤੁਹਾਡਾ ਟਾਈਮ ਹੋਏਗਾ, ਉਹ ਤੁਸੀਂ ਕਿੱਦਾਂ ਆਪਣੇ ਆਪ ਨੂੰ ਜੋਸ਼ ਦਿੰਦੇ ਸੀ ਕੋਈ ਨਾ ਮੈਂ ਕਰਕੇ ਦਿਖਾਣਾ? ਬਿਲਕੁਲ ਸਰ, ਥੈਂਕ ਯੂ। ਮੁਸ਼ਕਿਲ ਟਾਈਮ ਸੀ ਐਕਚੁਅਲੀ, ਮੈਂ ਸਪੋਰਟਸ ਚੂਜ਼ ਹੀ ਕਰਨਾ ਮੇਰੇ ਲਈ ਬਹੁਤ ਮੁਸ਼ਕਿਲ ਟਾਈਮ ਸੀ। ਜਦੋਂ ਸਰ ਮੈਂ ਸਪੋਰਟਸ ਸਟਾਰਟ ਕੀਤੀ ਤੇ ਪੇਰੈਂਟਸ ਨੂੰ ਫਸਟ ਟਾਈਮ ਮੈਂ ਕਿਹਾ ਕਿ ਮੈਂ ਸਪੋਰਟਸ ਕਰਨੀ ਤੇ ਉਹਨਾਂ ਨੇ ਥੋੜਾ, ਪਾਪਾ ਨੇ ਸਾਥ ਦਿੱਤਾ, ਮੰਮੀ ਨੇ ਵੀ ਕਿਹਾ ਹਾਂ ਬੇਟਾ ਕਰ ਲੈ, ਕੋਈ ਗੱਲ ਨਹੀਂ। ਲੇਕਿਨ ਜਿਹੜੇ ਆਸ ਪੜੋਸ ਦੇ ਲੋਕ ਆ ਉਹ ਬੋਲਦੇ ਸੀ ਕਿ ਨਹੀਂ ਸਟੱਡੀ ਕਰਾਓ, ਠੀਕ ਹੈ, ਕਿਉਂਕਿ ਮਾਹੌਲ ਹੀ ਐਵੇਂ ਦਾ ਹੁੰਦਾ ਸਰ ਪਿੰਡਾਂ 'ਚ। ਮੁਸ਼ਕਿਲ ਸੀ ਰਿਹਾ, ਲੇਕਿਨ ਉਸ ਤੋਂ ਬਾਅਦ ਸਰ ਅਸੀਂ ਕੁੜੀਆਂ ਨੂੰ ਕੀ ਕਰਦੇ ਕਿ ਘਰੋਂ ਸਕੂਲ ਤੋਂ ਘਰ, ਕਿਤੇ ਹੋਰ ਜਾਣਾ ਅਲਾਉ ਨਹੀਂ ਹੁੰਦਾ ਗਾ। ਤੇ ਮੈਂ ਫਸਟ ਟਾਈਮ ਜਦੋਂ ਕੰਪੀਟੀਸ਼ਨ ਗਈ ਤਾਂ ਬਹੁਤ ਜ਼ਿਆਦਾ ਉੱਥੇ ਮਤਲਬ ਪਲੇਅਰਸ ਦੇਖੇ, ਲੋਕ ਦੇਖੇ ਤੇ ਨਰਵਸ ਹੋਈ ਤੇ ਲੇਕਿਨ ਹੌਲੀ ਹੌਲੀ ਕਰਕੇ ਨਰਵਸ ਦੂਰ ਹੋਈ ਸਰ, ਕਿਉਂਕਿ ਮੈਨੂੰ ਬਚਪਨ ਤੋਂ ਅਗਰ ਐਵੇਂ ਦਾ ਮਾਹੌਲ ਮਿਲਦਾ ਤੇ ਵਧੀਆ ਰਹਿੰਦੀ। ਲੇਕਿਨ ਕੁਛ ਸਪੋਰਟਸ ਸਟਾਰਟ ਕੀਤੀ, ਕੁਛ ਮਾਹੌਲ ਕੁਛ ਕੁ ਲੋਕਾਂ ਦੇ ਵਿੱਚ ਹੀ ਰਹਿਣਾ ਤੇ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਵਿੱਚ ਜਾਣਾ ਤੇ ਨਰਵਸ ਰਹੀ, ਲੇਕਿਨ ਹੌਲੀ ਹੌਲੀ ਕਰਕੇ ਸਰ ਇਹ ਸਾਰਾ ਮਤਲਬ ਦੂਰ ਹੋ ਗਿਆ। ਬਟ ਹੁਣ ਜਿਹੜੀ ਅਚੀਵਮੈਂਟ ਆਪਾਂ ਕੀਤੀ ਜਾਏ, ਉੱਥੇ ਹੁਣ ਕੀ ਕਹੋਗੇ ਤੁਸੀਂ? ਕਿਸ ਤਰ੍ਹਾਂ ਮਤਲਬ ਇੰਸਪਾਇਰਡ ਤੁਹਾਡੇ ਤੋਂ ਬਹੁਤ ਪਰਸਨਸ ਹੋ ਰਹੇ ਨੇ, ਕੀ ਮੈਸੇਜ ਹੋਗੇ ਹੁਣ? ਹਾਂਜੀ ਬਿਲਕੁਲ ਸਰ, ਮੈਨੂੰ ਖੁਸ਼ੀ ਹੈ ਕਿ ਮੈਂ ਆਪਣੇ ਪੰਜਾਬ ਤੇ ਇੰਡੀਆ ਦਾ ਨਾਮ ਰੋਸ਼ਨ ਕੀਤਾ ਤੇ ਫਾਈਨਲ ਵਿੱਚ ਪਹੁੰਚੀ। ਹਾਲਾਂਕਿ ਮੈਡਲ ਦੀ ਪੂਰੀ ਉਮੀਦ ਸੀ ਤੇ ਆ ਵੀ ਸਕਦਾ ਸੀ ਅਗਰ ਮੇਰਾ ਜਿਹੜਾ ਗਰਾਊਂਡ ਬੈਸਟ ਹੈ ਉੱਥੇ ਹੋ ਜਾਂਦਾ, ਲੇਕਿਨ ਵੈਦਰ ਕੰਡੀਸ਼ਨ ਨਹੀਂ ਸਹੀ ਰਹੀ ਤੇ ਲੇਕਿਨ ਸਰ ਮੈਂ ਆਉਣ ਵਾਲੀ ਪੀੜ੍ਹੀ ਜਨਰੇਸ਼ਨ ਜਿਹੜੇ ਸਪੋਰਟਸ ਵੀ ਕਰਦੇ, ਜਿਹੜੇ ਸਪੋਰਟਸ ਲਵਰ, ਉਹਨਾਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਆਪਣਾ ਇੱਕ ਏਮ ਟਾਰਗੇਟ ਸੈੱਟ ਕਰਨ, ਕਿਉਂਕਿ ਬਿਨਾਂ ਟਾਰਗੇਟ ਤੋਂ ਕੋਈ ਲਾਈਫ ਨਹੀਂ ਹੈ। ਆਪਣਾ ਟਾਰਗੇਟ ਹੋਏਗਾ ਤਾਂ ਆਪਾਂ ਨੂੰ ਅਚੀਵ ਕਰਨ ਵਾਸਤੇ ਹਰ ਸੰਭਵ ਕੋਸ਼ਿਸ਼ ਕਰਾਂਗੇ। ਮੈਡਮ ਜਿਵੇਂ ਕ੍ਰਿਕਟ ਦਾ ਦੌਰ ਹੈ, ਉਸ ਦੇ ਬਾਵਜੂਦ ਵੀ ਐਥਲੀਟ ਨੂੰ ਕਿਵੇਂ ਮਿਲਿਆ?
ਸਰ ਕ੍ਰਿਕਟ ਦੀ ਮੈਂ ਸ਼ੁਰੂ ਤੋਂ ਫੈਨ ਹੈ ਤੇ ਉਸ ਬਾਰੇ ਮੈਂ ਬੁਰਾ ਵੀ ਨਹੀਂ ਬੋਲੂੰ ਕੁਝ। ਤੇ ਡਿਸਕਸ ਥਰੋ ਸਰ ਮੈਨੂੰ ਕੋਚ ਡਿਸਕਸ ਥਰੋ ਦੇ ਮਿਲ ਗਏ ਸੀ। ਮੈਨੂੰ ਜਿਵੇਂ ਸਾਈ 'ਚ ਗਈ ਤਾਂ ਉੱਥੇ ਕੋਚਿਸ ਸੀ ਤੇ ਐਥਲੈਟਿਕਸ ਦਾ ਮੈਨੂੰ ਪਤਾ ਲੱਗਿਆ। ਐਕਚੁਅਲੀ ਮੈਨੂੰ ਕ੍ਰਿਕਟ ਦੀ ਕੋਈ ਨੌਲੇਜ ਨਹੀਂ ਸੀ ਜਾਂ ਕਿਸੇ ਹੋਰ ਗੇਮ ਦੀ ਵੀ ਕੋਈ ਨੌਲੇਜ ਨਹੀਂ ਸੀ ਤੇ ਡਿਸਕਸ ਤੇ ਮੈਨੂੰ ਕੋਚਿਸ ਮਿਲ ਗਏ ਇਸ ਕਰਕੇ। ਕਮਲ ਜੀ ਤੁਸੀਂ ਕਰ ਰਹੇ ਹੋ ਤਾਂ ਇਹਨਾਂ ਤੋਂ ਕੋਈ ਸੇਧ ਲੈਣੀ ਚਾਹੋਗੇ ਕਿ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੀ ਕੋਈ ਅਕੈਡਮੀ ਬਣਾਉਣੀ ਚਾਹੋਗੇ? ਮੈਨੂੰ ਸਰ ਇਸ ਅਕੈਡਮੀ ਦੀ ਜਿੰਨੀ ਤਾਰੀਫ ਕਰਾਂ ਬਹੁਤ ਘੱਟ ਹੈ। ਮੈਂ ਜਦੋਂ ਕਰੌਤਰੀ ਸੀ ਤੇ ਮੇਰੇ ਵਾਸਤੇ ਮਤਲਬ ਇਹ ਸੋਚਣਾ ਸੀ ਕਿ ਜਿਵੇਂ ਆਪਣੇ ਇੰਡੀਆ 'ਚ ਹੁੰਦੇ ਸਕੂਲ ਹੁੰਦੇ ਆ ਜਾਂ ਉਸ ਟਾਈਮ 'ਤੇ ਕੁਝ ਹੋਣਗੇ, ਲੇਕਿਨ ਜਦੋਂ ਮੈਂ ਇੱਥੇ ਆ ਕੇ ਦੇਖਿਆ ਕਿ ਇਹ ਵਿਲੇਜ ਦੇ ਵਿੱਚ ਪਿੰਡ ਦੇ ਵਿੱਚ ਐਵੇਂ ਦੀ ਅਕੈਡਮੀ ਹੈ ਤੇ ਮੈਂ ਕਹਿ ਰਹੀ ਸਰ ਇਹ ਬੱਚਿਆਂ ਵਾਸਤੇ ਇੱਕ ਜੰਨਤ ਦਾ ਕੰਮ ਹੈ। ਤੁਹਾਡੇ ਪਿੰਡ ਦੇ ਜਿਹੜੇ ਬੱਚੇ ਨੇ ਉਹ ਤੁਹਾਨੂੰ ਦੇਖ ਕੇ ਕਿਆ ਇਨਸਪਾਇਰ ਹੋਏ ਨੇ ਜਾਂ ਹੋਰ ਜ਼ਿਆਦਾ ਹੋਣਗੇ ਹੁਣ? ਤੁਹਾਨੂੰ ਕਿੱਦਾਂ ਉਹ ਦੇਖਦੇ ਨੇ? ਰਿਸਪੌਂਸ ਕਿਦਾਂ ਮੈਂ ਤੁਹਾਨੂੰ ਉੱਥੇ ਆਫਟਰ ਪਿੰਡ ਦੇ ਨਹੀਂ ਸਰ, ਮੈਨੂੰ ਮੇਰੇ ਡਿਸਟ੍ਰਿਕਟ ਦੇ ਵੀ ਪੰਜਾਬ ਦੇ ਵੀ ਬਹੁਤ ਬੱਚੇ ਜਿਨ੍ਹਾਂ ਦੀ ਕੋਲਸ ਮੈਸੇਜ ਆਉਂਦੇ ਆ ਕਿ ਦੀਦੀ ਅਸੀਂ ਸਪੋਰਟਸ ਕਰਨਾ ਚਾਹੁੰਦੇ ਹਾਂ, ਸਾਨੂੰ ਕੋਈ ਬੈਸਟ ਅਕੈਡਮੀ ਦੱਸੋ, ਕੋਚਿਸ ਦੱਸੋ। ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਫਿਊਚਰਸ ਦੇ ਵਿੱਚ ਬਹੁਤ ਬੱਚੇ ਆਪਣੇ ਸਪੋਰਟਸ ਨੂੰ ਜਿਵੇਂ ਜਿਵੇਂ ਦੇਖ ਰਹੇ ਆ ਤੇ ਅੱਗੇ ਹੋਣਗੇ। ਬੱਚਿਆਂ ਨੂੰ ਸ਼ੁਰੂ ਤੋਂ ਕੀ ਕਰਨਾ ਚਾਹੀਦਾ ਕਿ ਅਗਰ ਤੁਹਾਡੇ ਵਾਂਗੂ ਜਿਸ ਤਰ੍ਹਾਂ ਅਗਰ ਅੱਗੇ ਬੱਚਿਆਂ ਨੂੰ ਦੱਸਣਾ ਹੋਵੇ 10 ਸਾਲ ਦਾ ਕੋਈ ਕੁੜੀ ਹੈ ਕੋਈ ਮੁੰਡਾ ਹੈ ਉਹਨੂੰ ਕੀ ਕਰਨਾ ਚਾਹੀਦਾ? ਕੋਈ ਉਹਨਾਂ ਤੇ ਪ੍ਰੈਸ਼ਰ ਨਹੀਂ ਪਾਉਣਾ ਚਾਹੀਦਾ ਕਿ ਤੁਸੀਂ ਸਪੋਰਟਸ ਕਰੋ ਜਾਂ ਸਟੱਡੀ ਕਰੋ। ਉਹਨਾਂ ਦਾ ਇੰਟਰਸਟ ਹੁੰਦਾ ਹੈ, ਉਹ ਜਦੋਂ ਬੱਚਾ ਉਦੋਂ ਤਾਂ ਆਪਣੀ ਲਾਈਫ ਇੰਜੋਏ ਕਰੇਗਾ, ਲੇਕਿਨ ਜਿਵੇਂ ਜਿਵੇਂ ਉਹਦੀ ਏਜ ਵਧੇਗੀ ਨਾ ਉਹਨੂੰ ਪਤਾ ਲੱਗਣ ਲੱਗ ਜਾਏਗਾ ਕਿ ਮੇਰਾ ਇੰਟਰਸਟ ਕਾਹਦੇ 'ਚ ਹੈ ਜਾਂ ਮੈਂ ਅੱਗੇ ਫਿਊਚਰ 'ਚ ਕੀ ਕਰਨਾ ਹੈ। ਆਪਾਂ ਬਚਪਨ ਤੋਂ ਹੀ ਬੱਚੇ ਤੇ ਸਟ੍ਰੈਸ ਪਾਵਾਂਗੇ ਨਾ ਤਾਂ ਬੱਚੇ ਦੀ ਗਰੋਥ ਨਹੀਂ ਹੋ ਸਕੇਗੀ। ਬੱਚਾ ਡਿਪਰੈਸ਼ਨ 'ਚ ਰੋਜ਼ ਉਹਨੂੰ ਕਹੀ ਜਾਵਾਂਗੇ ਕਿ ਤੂੰ ਆ ਕਿਉਂ ਨਹੀਂ ਕਰ ਰਿਹਾ, ਆ ਕਿਉਂ ਨਹੀਂ ਕਰ ਰਿਹਾ, ਪੜ੍ਹਦਾ ਕਿਉਂ ਨਹੀਂ ਖੇਡਦਾ, ਤੇ ਉਹ ਇੱਕ ਡਿਪਰੈਸ਼ਨ ਦੀ ਨਿਸ਼ਾਨੀ ਹੁੰਦੀ ਕਿ ਬੱਚਾ ਸੋਚਣ ਲੱਗ ਪੈਂਦਾ ਕਿ ਇਹਦੀ ਛੋਟੀ ਏਜ 'ਚ ਮੈਨੂੰ ਨਹੀਂ ਲੱਗਦਾ ਕਿ ਉਹਦੇ ਤੇ ਬੋਝ ਪਾਉਣਾ ਚਾਹੀਦਾ ਹੈ। ਜਿਵੇਂ ਜਿਵੇਂ ਏਜ ਹੁੰਦੀ ਹੈ, ਮੈਂ ਵੀ ਜਿਵੇਂ ਕਿਹਾ ਬਹੁਤ ਲੇਟ ਸਪੋਰਟਸ ਸਟਾਰਟ ਕੀਤੀ ਹੈ, ਲੇਕਿਨ ਮੈਂ ਵੀ ਕਹਿਣਾ ਚਾਹੁੰਦੀ ਕਿ ਬੱਚਿਆਂ ਦੇ ਕਦੇ ਵੀ ਉਹਨਾਂ ਨੂੰ ਇਹ ਫੋਰਸ ਨਹੀਂ ਕਰਨਾ ਚਾਹੀਦਾ ਕਿ ਤੁਸੀਂ ਆਹ ਕਰੋ। ਬੱਚੇ ਦਾ ਖੁਦ ਦਾ ਇੰਟਰਸਟ ਹੋਏ ਉਹਨੂੰ ਜ਼ਰੂਰ ਸਮਝਾਓ, ਲੇਕਿਨ ਕਦੇ ਵੀ ਉਹਦੇ ਤੇ ਪ੍ਰੈਸ਼ਰ ਨਾ ਪਾਓ। ਤੁਹਾਡੀ ਸਭ ਤੋਂ ਵੱਡੀ ਤਾਕਤ ਤੇ ਸਭ ਤੋਂ ਵੱਡੀ ਕਮਜ਼ੋਰੀ ਕੀ ਰਹੀ ਹੈ? ਮੇਰੀ ਤਾਕਤ ਸਭ ਤੋਂ ਵੱਡੀ ਕੁਝ ਐਵੇਂ ਦੀਆਂ ਕੋਈ ਇੱਕ ਚੀਜ਼ ਨਹੀਂ ਹੈ, ਬਹੁਤ ਚੀਜ਼ਾਂ ਹੈਗੀਆਂ। ਕਮਜ਼ੋਰੀ ਮੈਨੂੰ ਲੱਗਦਾ ਕਿ ਮੈਂ ਵੈਜੀਟੇਰੀਅਨ ਹਾਂ ਤਾਂ ਬਾਹਰ ਜਾ ਕੇ ਮੈਨੂੰ ਫੂਡ ਦੀ ਬਹੁਤ ਪ੍ਰੋਬਲਮ ਹੁੰਦੀ। ਤੁਹਾਡੀ ਬੈਸਟ ਥਰੋ ਕਿੰਨੇ ਮੀਟਰ ਜਾਂਦੀ ਹੈ ਤੇ 65 ਮੀਟਰ ਦੇ ਆਸ-ਪਾਸ ਗਈ ਹੈ? ਤੁਹਾਡੀ ਬੈਸਟ ਕਿੰਨੀ ਹੁੰਦੀ ਹੈ? ਮੇਰੀ ਬੈਸਟ 66.59 है। ਇਸ ਵਾਰੀ 65। ओलंपिक में मैंने 63.70 करा, क्वालिफाइड में 64। अगर 66 भी होती तो मेरा सिल्वर था। सिल्वर था तो क्या कारण रह गया? मतलब ये थोड़े से 3-4 फर्स्ट ऑफ ऑल कोच साथ नहीं गए, थोड़ा ये भी प्रेशर होता है। 10 दिन का जो गैप पड़ गया ट्रेनिंग का, थोड़ा कोच साथ हो तो उनको पता होता है कि प्रेशर कितना ले रहा है स्टूडेंट या कितना लेना चाहिए। वो दूसरा थोड़ा वेदर कंडीशन, बारिश होकर सर्कल की ग्रिप खत्म होगी, मुझे थोड़ा एक्सपीरियंस नहीं था इस चीज़ का कि बारिश में कैसे कर सकें, और मेरे साथ ऑलरेडी वर्ल्ड चैंपियन, ओलंपिक चैंपियन थे। तो कोच आपके साथ क्यों नहीं थे? कोविड के करके यहाँ से एक्रेडिटेशन उनका थोड़ा लेट अप्रूव हुआ और लॉन्ग लिस्ट में थोड़ा नाम नहीं था, इस वजह से उनका कोविड करके वहाँ ने टोक्यो ने मतलब सब कुछ बंद कर दिया कि हम कोई और पर्सन अलाउ नहीं करेंगे जो बाद में करेंगे। तो बाकी कंट्रीज के कोच थे उनके साथ? हाँ जी, तो दैट्स बैड, दैट्स नॉट फेयर। बिल्कुल ये बैड है, लेकिन अभी ये चीज़ लेके चलेंगे तो आगे कुछ नहीं कर पाएंगे। आई होप कि नेक्स्ट टाइम आपके साथ कोच हो और आप गोल्ड लेकर। बिल्कुल सर, थैंक यू। मैडम आप इन्होंने आपको ऑफर किया है कि आपको यहाँ पे रूम देंगे, तो क्या आप यहाँ पे रहना? सर मेरे लिए एक मतलब मैं शुरू से मेरी आदत है, जैसे मैं आपने देखा होगा बादल में ट्रेनिंग कर रही हूँ पिछले 8 साल से। अब भी मेरे पास अगर ऑफर आएगा ना आपको यूएसए में ट्रेनिंग करनी है और एक विलेज में ट्रेनिंग करनी है, तो मैं विलेज को ज़्यादा प्रेफर करूँगी, क्योंकि यहाँ फूड अच्छा मिल जाएगा और शांति है सबसे बड़ी चीज़। कोई ऐसे नहीं कि भागा दौड़ है, कुछ ऐसा नहीं, मेरे को शांति में रहना पसंद है। इक्विपमेंट तो बहुत अच्छी है और एज ए कोच मैं उसको मोटिवेट ही करती हूँ। और जब वो 6th भी आई थी तो थोड़ा सा उसको लगा था कि हाँ मैं मेडल की रीच में थी और मेरा मेडल नहीं आया, मैम आप होते आ जाता या बारिश ना होती। तो मैंने कहा ऐसा कुछ नहीं है। मैंने उसको कंपटीशन से पहले भी यही कहा था कि कमल आज केवल अपने दिन को एंजॉय करना, टेंशन मत लेना, एंजॉय योर डे। और उसके बाद मैंने कहा ये मूवमेंट जो है आपके लिए ओलंपिक्स का, इसको मतलब खुल के जी के आना और जो होगा अच्छा ही होगा। तो बोली ओके मैम कोई बात नहीं। तो फिर उसके बाद जो है वो 6th पोजीशन पे, थोड़ा सा लगता है खिलाड़ी को कि हाँ हमारा बेस्ट नहीं हुआ, बट थोड़ी देर के बाद वो मतलब ठीक थी। और उसको मैंने यही बताया कि हाँ भाई कोई डिप्रेशन नहीं, कोई रोना नहीं, कुछ नहीं। फर्स्ट ओलंपिक था, कोविड के 2 साल बाद कोई इंटरनेशनल कंपटीशन था। इवन इतना बड़ा जो कंपटीशन था वो भी पहले ही था कमल का, पहले एशियन चैंपियनशिप ही खेली थी वो।
तो इतनी कम एज में और इतने बड़े कंपटीशन में जाना, परफॉर्म करना, फाइनल में आना, वो भी जस्ट 24-25 एज में, जो इंडिया में अभी तक नहीं हुआ था। तो अभी जस्ट बिगनिंग है। अब नेक्स्ट ईयर 3 बड़े कंपटीशन आ रहे हैं। एशियन गेम्स है, कॉमनवेल्थ है, वर्ल्ड चैम्पियनशिप है। तो अपने से इतने अच्छे खिलाड़ियों के साथ वो खेल के आई, जिनको वो देखती थी वीडियोस में बैठ के, वो उसको अप्रिशिएट कर रहे थे वहाँ पे आके। तो जस्ट बिकॉज ऑफ कंट्री ब्लेसिंग्स और आप जैसे लोगों ने इतना आशीर्वाद दिया उसको, जो यहाँ तक पहुँची है। और हम लोग आगे और मेहनत करेंगे और मिलते रहेंगे कि और कुछ अच्छा मेडल लेके आए, खाली हाथ ना आए नेक्स्ट टाइम। यहाँ तक पहुँचने के लिए सरकार की तरफ से कोई मदद मिलती थी या सारा फाइनेंस भी अपने आप करते थे? सरकार की तरफ से पहले कमलप्रीत जैसे कि STC में थी शुरू से ही, स्पोर्ट्स अथॉरिटी ऑफ इंडिया। उसके बाद कमल की जॉब लग गई है, तो फिर मतलब उसके बाद फिर टॉप्स की स्कीम में आ गई थी कमल साई में, तो फिर हेल्प हो रही थी। कोच का रोल काफी ज्यादा होता है, तो आपको क्या लगता है सबसे ज्यादा चीज आपने क्या सिखाई इनको एज अ कोच? क्या आपने इनको खेल सिखाया कि मेंटली स्ट्रांग किया? सबसे ज्यादा चीज इनको क्या सिखाई? सबसे ज़्यादा डिसिप्लिन, कोई भी काम करने के लिए कि हाँ ऐसा नहीं है कोई, मतलब ऐसे वो कभी खुद भी मतलब किसी काम के लिए गिव अप नहीं करती, कोई एक्सक्यूज़ नहीं है वर्कआउट के लिए। और मतलब ऐसा है नहीं कि उसको कुछ मुझे ज़्यादा डांटना पड़ रहा हो। तो लेकिन हाँ, जो डिसिप्लिन है वो एक खिलाड़ी के अंदर होना बहुत ज़रूरी है, चाहे वो वर्क के लिए हो, सोने के लिए हो और खाने के लिए हो। हर चीज़ एक डिसिप्लिन में होनी चाहिए। और इसको देख के हमारे जैसे बादल के बहुत सारे बच्चे थे, वो बहुत डिसिप्लिन में हुए, क्योंकि उनको एक सिस्टम मिल गया ट्रेनिंग करने का कि हाँ कि कमल दीदी इस तरह से ट्रेनिंग कर रही है, मैम इस तरह से ट्रेनिंग कराते हैं, हम भी बिल्कुल वैसे ही ट्रेनिंग करेंगे। तो मुझे लगता है वो बच्ची आज सब मोटिवेट हो रहे हैं, वो आगे जाके और बच्चों को मोटिवेट करेंगे कि हम एक सिस्टम में रह के आए हैं और हमने इस तरह से ट्रेनिंग सीखी है कि एक ओलंपियन हमने अपने सामने बनता हुआ देखा है कि कैसे एक ओलंपियन तैयार होता है, उसकी ट्रेनिंग सिस्टम क्या है। तो मुझे लगता है कि ये मेन चीज़ें हैं। वे स्पोर्ट्स लविंग फैमिली, मेरा भाई हो, मैं हूँ, तो हम लोग बचपन से स्पोर्ट्स को फॉलो करते रहे हैं और ये हमारे लिए ऐतिहासिक पल है हमारे लिए। मैंने बताया ना आपको कि शी इज़ वन ऑफ द वेरी फ्यू एथलीट्स हु हैव मेड इट टू द फाइनल एंड आई मीन शी हैज रीच्ड टुडे द कैलिबर ऑफ whether it's PT Usha, Bobby George, Kamalpreet, Krishna Punia. I mean ये बहुत मुश्किल होता है हमारे जैसे समाज से, यहाँ पे इतनी फैसिलिटीज नहीं है, वहाँ से निकल के एंड शी बिलोंग्स टू पर्टिकुलरली बैकग्राउंड यहाँ पे फैसिलिटीज बिल्कुल नहीं थी एंड शी इज सेइंग शी स्टार्टेड वेरी लेट। तो एथलीट की अच्छा दूसरी एक चीज़ बड़ी अच्छी है, राखी जी प्रॉब्ली इंडोर से कि थ्रोज और स्प्रिंट्स में एक ये फर्क होता है कि इनकी जो पीक है ना, दैट इज एक्चुअली 3 years from now, 4 years from now। स्प्रिंट्स में ये नहीं होता है, स्प्रिंट्स में दे रीच पीक अर्ली। थ्रोज में जैसे आपने देखा होगा ओलंपिक में कि देयर आर सम 35 एज 35 even 39 somebody he got silver medal in सर हार्वी के स्टूडेंट्स के लिए ये इंस्पायर्ड बनी है? ये अभी तो आई है। इट इज़ टू अर्ली टू से कि वेदर शी हैज इंस्पायर्ड एवरीबॉडी, पर मेरे को ना बच्चों की शक्ल देख के आज ऐसा लगा कि एक बड़ा खुशी का पल है। ये कहना कि शी सडनली बिकम एन इंस्पिरेशन, ऐसी बात नहीं होती। ऑल दीज थिंग्स दे टेक टाइम। इसीलिए मैंने जैसे कहा यू गेट 10 गोल्ड मेडल्स, यू विल बी इन द टॉप 10 स्पोर्टिंग नेशन, है कि नहीं? 10 गोल्ड मेडल अब ये कह दें, सरकार अनाउंस कर दे जी हम 2024 में ले जाएंगे, गलत है। ये टाइम लगता है इन चीज़ों को। शी इज गोइंग टू टेक टाइम, ऐसे कुछ नहीं होने वाला ओवरनाइट। सी हमारे गुड विशेस तो अलग चीज़ है, लेकिन साइंटिफिक प्लानिंग एवरीथिंग शी नोज, राखी नोज हाउ डिफिकल्ट इट इज। एक सेंटीमीटर के लिए लड़ाई है। शी हैज डन ए थ्रो ऑफ 66 पॉइंट समथिंग, लेकिन 67 अगला करना वो कब होगा, कैसे करेंगी, क्या चेंजेस करेंगी। इसीलिए मैंने इससे रिक्वेस्ट करी है, पब्लिक में रिक्वेस्ट करी है दैट शी शुड सीरियसली कंसिडर। जैसे इन्होंने खुद कहा मैं बाहर जाती हूँ तो शी हैज प्रॉब्लम विद डाइट एक्सेट्रा। तो वो वीरेंद्र सहवाग वाज वेजिटेरियन, अच्छा सिमिलरली नीरज चोपड़ा वाज वेजिटेरियन। तो शी हैज टू टेक ए कॉल बिकॉज कोई कह नहीं सकता, इट्स हर पर्सनल चॉइस। तो उसमें हम लोग क्या कहते हैं, हम तो यही कह सकते हैं भाई इस पे ध्यान दो, ठीक है ना। फासला ज़्यादा नहीं है, शी हैज डन 66 प्लस, शी वुड हैव गॉट अ सिल्वर मेडल। तो
मैंने बताया ना ओवरऑल आपकी बेस्ट विशेस मिशन के साथ। आपको तो मतलब मैं बता रहा हूँ ना कि हमारे लिए तो बहुत ही खुशी का पल, बहुत खुशी। और सबसे खुशी का पल ये है कि इनका जन्मदिन मेरे दिन से ठीक है, थैंक यू। ਲੁਧਿਆਣਾ ਲਾਈਵ ਲਈ ਹਨੀ ਕੁਮਾਰ ਦੀ ਰਿਪੋਰਟ।